ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੀ ਗੁੱਡ ਮਾਰਨਿੰਗ, ਤੁਹਾਡੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁੱਡ ਈਵਨਿੰਗ। ਸਭ ਕੁਝ ਜੀ ਬਹੁਤ ਬਹੁਤ ਸਵਾਗਤ ਹੈ ਜੀ। ਕੀ ਹਾਲ ਚਾਲ ਅੰਮ੍ਰਿਤਸਰ ਦਾ? ਬੜੀ ਕਿਰਪਾ ਜੀ। ਅੰਮ੍ਰਿਤਸਰ ਗੁਰੂਆ ਪੀਰਾਂ ਪੈਗੰਬਰਾਂ ਜਰਨੈਲਾਂ ਭਗਤਾਂ ਦੀ ਧਰਤੀ ਹੈ ਜੀ। ਬਿਲਕੁਲ ਠੀਕ ਠਾਕ ਆ ਜੀ। 65 ਦੇ ਜਦੋਂ ਬੰਬ ਡਿੱਗੇ ਸੀ ਉਦੋਂ ਹੀ ਅੰਮ੍ਰਿਤਸਰ ਤੋਂ ਬਾਹਰ ਡਿੱਗੇ ਸੀ, ਭਾਵੇਂ ਨਿਸ਼ਾਨਾ ਅੰਮ੍ਰਿਤਸਰ ਸੀਗਾ ਜੀ 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 ਜੀ। ਲੇਕਿਨ ਉਦੋਂ ਵੀ ਗੁਰੂ ਕੀ ਨਗਰੀ ਦੀ ਕੋਈ ਆਸ ਨਹੀਂ ਸੀ ਜੀ। ਬਿਲਕੁਲ ਜੀ। ਪੱਟੀ ਸਾਹਿਬ, ਗੱਲਬਾਤ ਕਰੀਏ ਮਾਨ ਸਾਹਿਬ ਦੀ। ਮਾਨ ਸਾਹਿਬ ਨੇ ਬਹੁਤ ਵੱਡੇ ਵੱਡੇ ਐਲਾਨ ਕੀਤੇ ਨੇ। ਪਹਿਲਾਂ ਤਾਂ ਗੱਲਬਾਤ ਕਰੀਏ ਅੱਜ ਕਿਹੜੇ ਕਿਹੜੇ ਕਣਕਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਜੀ। ਪਹਿਲੀ ਗੱਲ ਤੇ ਇਹ ਆ ਵੀ ਮੇਰੇ ਖਿਆਲ 24,000 ਕਰੋੜ ਰੁਪਇਆ ਸਾਨੂੰ ਲੋਨ ਮਿਲਿਆ ਵਾ ਕਣਕ ਖਰੀਦਣ ਵਾਸਤੇ। ਇਹਦੇ ਵਿੱਚ 3-4 ਏਜੰਸੀਆਂ ਹੁੰਦੀਆਂ, ਜਿਵੇਂ ਪੰਸਪ ਹੁੰਦੀ ਆ, ਪਨ ਗ੍ਰੇਨ ਹੁੰਦੀ ਆ, ਫਿਰ ਫੂਡ ਸਪਲਾਈ ਹੁੰਦੀ ਹੈ। ਇਦਾਂ 3-4 ਏਜੰਸੀਆਂ ਹੁੰਦੀਆਂ ਖਰੀਦ ਕਰਦੀਆਂ ਰਾਈਟ। ਉਹਨਾਂ ਨੂੰ ਟੀਚਾ ਦਿੱਤਾ ਹੁੰਦਾ ਵਾ। ਲੇਕਿਨ ਜਦੋਂ ਇੱਥੇ ਅਕਾਲੀ ਸਰਕਾਰ ਰਹੀ ਹੈ, ਕਾਂਗਰਸੀ ਸਰਕਾਰ ਰਹੀ ਹੈ, ਤੇ ਬਕਾਇਦਾ ਤੌਰ ਤੇ ਦੂਸਰੇ ਸੂਬਿਆਂ ਤੋਂ ਅਨਾਜ ਇੱਥੇ ਆ ਕੇ ਕਿਉਂ MSP ਜਿਹੜੀ ਆ ਪੰਜਾਬ ਤੇ ਹਰਿਆਣੇ 'ਚ ਮਿਲਦੀ ਆ, ਯੂਪੀ ਦੇ ਵਿੱਚ ਕੁਝ ਪੱਛਮੀ ਯੂਪੀ 'ਚ ਮਿਲਦੀ, ਬਾਕੀ ਕਿਤੇ MSP ਮਿਲਦੀ ਨਹੀਂ। ਜਦੋਂ MSP ਨਹੀਂ ਮਿਲਦੀ ਤੇ ਫਿਰ ਲੋਕ ਉੱਥੋਂ ਜਿਹੜੀ ਆ ਜਿਹੜਾ ਮਾਲ ਤੁਹਾਨੂੰ 2,000 ਰੁਪਏ 'ਚ ਮਿਲਦਾ, ਉੱਥੋਂ 1,000 ਰੁਪਏ 'ਚ ਲੈ ਕੇ ਇੱਕ ਵੀ ਜਿੱਥੋਂ ਕਿਹਾ ਮਾਲ ਗੱਡੀਆਂ 'ਚ ਮਾਲ ਆਇਆ ਸੀ, ਬਕਾਇਦਾ ਤੌਰ ਤੇ ਮਾਲ ਗੱਡੀਆਂ 'ਚ ਮਾਲ ਲਿਆ ਕੇ ਇੱਥੇ ਉਤਾਰ ਕੇ ਇੱਥੇ ਮੰਡੀਆਂ 'ਚ ਵੇਚਿਆ ਗਿਆ ਸੀ। ਪਿਛਲੇ 2 ਸਾਲਾਂ ਤੋਂ ਸਖਤੀ ਤਾਂ ਕੀਤੀ, ਪਰ ਇੰਨੀ ਸਖਤੀ ਨਹੀਂ ਹੋਈ ਜਿੰਨੀ ਕਰਨੀ ਚਾਹੀਦੀ ਸੀ। ਲੇਕਿਨ ਭਗਵੰਤ ਮਾਨ ਨੇ ਅੱਜ ਸਾਰੇ ਇਹਨਾਂ ਆਪਣੇ ਅਧਿਕਾਰੀਆਂ, DC ਨਾਲ, SST ਨਾਲ, ਪੁਲਿਸ ਦੇ ਸਿਵਲ ਅਧਿਕਾਰੀਆਂ ਨਾਲ, ਮੰਡੀ ਬੋਰਡ ਦੇ ਅਧਿਕਾਰੀਆਂ ਨਾਲ, ਸਿਵਲ ਸਪਲਾਈ ਅਧਿਕਾਰੀਆਂ ਨਾਲ, ਇੱਥੋਂ ਤੱਕ ਕਿ ਖੁਰਾਕ ਮੰਤਰੀ ਬਿਠਾਲਿਆ ਕੋਲ ਵੀ ਇੱਥੇ ਬਹਿ ਜਾ। ਉਹਨਾਂ ਨੂੰ ਇੱਕ ਗੱਲ ਕਹੀ, ਭਾਈ ਕੋਈ ਬਾਹਰੋਂ ਇੱਕ ਦਾਣਾ ਨਹੀਂ ਆਉਣਾ ਚਾਹੀਦਾ। ਸਾਡੇ ਕੋਲ ਜਿਹੜੇ ਫੰਡ ਆ ਉਹ ਲਿਮਟਿਡ ਆ, ਅਸੀਂ ਆਪਣੀ ਮਸਾਂ ਹੀ ਆਪਣੀ ਖਰੀਦ ਕਰ ਸਕਦੇ ਹਾਂ। ਅੱਛਾ। ਔਰ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ, ਐਤਕੀ ਭਾਵੇਂ 2,025 ਰੁਪਏ ਕੁਇੰਟਲ ਦਾ ਜਿਹੜਾ ਮੁੱਲ ਕੱਢਿਆ ਸਰਕਾਰ ਨੇ MSP, ਲੇਕਿਨ ਐਤਕੀ MSP ਜਿਹੜੀ ਆ ਉਸ ਤੋਂ ਵੱਧ ਕਣਕ ਜਿਹੜੀ ਆ ਉਹ ਪ੍ਰਾਈਵੇਟ ਫਰਮਾਂ ਖਰੀਦਣਗੀ। ਉਹ 2,200 ਨੂੰ ਖਰੀਦ ਸਕਦੀ ਆ, ਉਹ 2,100 ਨੂੰ ਖਰੀਦ ਸਕਦੀ ਆ, 2,300 ਨੂੰ ਖਰੀਦ ਸਕਦੀ। ਉਹਦਾ ਕਾਰਨ ਪਹਿਲੀ ਗੱਲ ਤੇ ਇਹ ਗਰਮੀ ਜਿਹੜੀ ਆ ਮਾਰਚ ਦੇ ਪੈਣ ਦਾ ਜਿਹੜਾ ਦਾਣਾ ਸੀ, ਜਿਹੜਾ ਉਹਨਾਂ ਮੋਟਾ ਹੋਣਾ ਸੀ ਉਹ ਨਹੀਂ ਮੋਟਾ ਹੋਏਗਾ, ਉਹਨਾਂ ਝਾੜ ਘਟੇਗਾ। ਦੂਸਰੀ ਚੀਜ਼, ਸਾਡੀ ਕਣਕ ਇਸ ਵੇਲੇ ਬਾਹਰ ਜਾਣੀ ਸ਼ੁਰੂ ਹੋ ਗਈ ਆ ਕਿ ਵਿਦੇਸ਼ਾਂ 'ਚ ਕਣਕ ਦੀ ਲੋੜ ਕਾਫੀ ਜ਼ਿਆਦਾ ਹੈਗੀ। 50,000 ਮੀਟ੍ਰਿਕ ਟਨ ਤਾਂ ਅਸੀਂ ਅਫਗਾਨਿਸਤਾਨ ਨੂੰ ਭੇਜ ਰਹੇ ਹਾਂ, ਜਿਹਦੇ ਵਿੱਚ 10,000 ਮੀਟ੍ਰਿਕ ਟਨ ਤੱਕ ਭੇਜੀ ਆ। ਅੱਜ ਜੇ ਕਿਤੇ ਓਪਨ ਮੰਡੀ ਸਾਡੀ ਸਰਕਾਰ ਕਰਦੇ ਤੇ ਕਿਸਾਨਾਂ ਨੂੰ ਹੋਰ ਫਾਇਦਾ ਹੋ ਜੂ। ਸਰਕਾਰ ਆਪਣੇ ਵਪਾਰੀਆਂ ਲਈ ਆਪਣਾ ਮਾਲ ਆ ਵੇਚਣਗੇ ਤੇ ਇਹਨਾਂ ਨੂੰ ਜਿਹੜੀ ਕਣਕ 2025 ਨੂੰ ਮਿਲਣੀ ਉਹ 4,025 ਨੂੰ ਮਿਲ ਸਕਦੀ ਹੈ। ਉਹਦੀ ਤੁਹਾਨੂੰ ਇੱਕ ਐਗਜ਼ਾਮਪਲ ਦੱਸਣ ਲੱਗਾ ਜੀ। 1975 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਓਪਨ ਕਰ ਦਿੱਤਾ ਸੀ ਮਾਲ ਜਿੱਥੇ ਮਰਜ਼ੀ ਵੇਚੋ, ਤੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਲੂ ਜਿਹੜੇ ਇਰਾਕ 'ਚ ਵੇਚੇ ਤੇ ਮਾਲੋ ਮਾਲ ਕਿਸਾਨ ਹੋ ਗਏ ਸਾਡੇ। ਫਿਰ ਵਪਾਰੀਆਂ ਨੇ ਕਿਹਾ ਸੀਗਾ ਕਿ ਜੇ ਕਿਤੇ ਤੁਸੀਂ ਇਸੇ ਤਰ੍ਹਾਂ ਰੱਖਿਆ ਤੇ ਫਿਰ ਸਾਡੇ ਕੋਲ ਫੰਡ ਦਾ ਮੰਗਿਓ, ਮੁੜ ਕੇ ਤੁਸੀਂ ਇਲੈਕਸ਼ਨ ਫੰਡ। ਫਿਰ ਉਹ ਇਹਨਾਂ ਅਧਿਕਾਰੀਆਂ ਨੇ ਜਿਹੜੇ ਪੋਲੀਟੀਕਲ ਆਗੂਆਂ ਨੇ ਬੰਦ ਕਰਤਾ ਸੀਗਾ। ਫਿਰ ਵੀ ਮੈਂ ਸੋਚਦਾ ਕਿ ਅੱਜ ਕੀ ਵਪਾਰੀ ਆਪਣੀ ਕਣਕ ਜ਼ਿਆਦਾ ਸਟੋਰ ਕਰਨਗੇ। ਲੇਕਿਨ ਪਿਛਲੇ ਸਾਲ ਵੀ ਕਾਂਗਰਸ ਸਰਕਾਰ ਦੇ ਟਾਈਮ ਤੇ, ਅਕਾਲੀਆਂ ਦੇ ਟਾਈਮ ਤੇ ਵੱਡੀ ਗਿਣਤੀ 'ਚ ਵੱਡੀ ਮਾਤਰਾ ਦੇ ਵਿੱਚ ਜਿਹੜੇ ਸੀ ਬਾਕੀ ਸੂਬਿਆਂ ਨੂੰ ਕਣਕ ਆਉਂਦੀ ਰਹੀ, ਝੋਨਾ ਆਉਂਦਾ ਰਹੇ, ਪੋਲੀਟੀਕਲ ਬੰਦੇ ਲਿਆਉਂਦੇ ਰਹੇ। ਅਸੀਂ ਨਾ ਵੀ ਦੱਸ ਰਹੇ ਲੋੜ ਪੈਣ ਤੇ। ਭਗਵੰਤ ਮਾਨ ਨੇ ਦੀ ਇਨਕੁਆਇਰੀ ਬਿਠਾਵੇ, ਅਸੀਂ ਨਾ ਦੱਸਾਂਗੇ ਕਿਹੜੇ ਕਿਹੜੇ ਬੰਦੇ ਲਿਆਂਦੇ ਤੇ ਕਿਹੜੀ ਮੰਡੀ 'ਚ ਵੇਚੇ, ਤੇ ਆਹ ਬੰਦੇ ਫੜ ਕੇ ਡੈਰੋਕੋਟ ਕਰੋ ਤਾਂ ਦੱਸ ਦੇਣਗੇ ਵੀ ਉਹਨਾਂ ਨਾ ਤੇ ਕਣਕ ਵੇਚੀ ਕਿ ਨਹੀਂ ਵੇਚੀ ਗਈ, ਉੱਥੇ ਝੋਨਾ ਵੇਚਿਆ ਕਿ ਨਹੀਂ ਵੇਚਿਆ ਗਿਆ। ਉੱਥੇ ਐਤਕੀ ਭਗਵੰਤ ਮਾਨ ਨੇ ਪਰ ਖਰੀਦ ਤੇ ਸ਼ੁਰੂ ਭਾਵੇਂ ਹੋਈ ਆ, ਮੰਡੀਆਂ 'ਚ ਮਾਲ ਨਹੀਂ ਆਇਆ ਬਹੁਤਾ, ਲੇਕਿਨ ਉਹਨੇ ਬਕਾਇਦਾ ਤੌਰ ਤੇ ਵਾਰਨਿੰਗ ਕਰ ਦਿੱਤੀ ਸਾਰਿਆਂ ਨੂੰ, ਭਾਈ ਜਿਹੜਾ ਵੀ ਅਧਿਕਾਰੀ ਇਹੋ ਜਿਹੀ ਹੇਰਾਫੇਰੀ 'ਚ ਫੜਿਆ ਗਿਆ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ। ਉਹਦੀ ਡਿਊਟੀ ਬਣਦੀ, ਭਾਵੇਂ ਆਮ ਆਦਮੀ ਪਾਰਟੀ ਦਾ MLA ਹੋਵੇ, ਭਾਵੇਂ ਕਾਂਗਰਸ ਹੋਵੇ, ਭਾਵੇਂ ਅਕਾਲੀਆਂ ਦਾ ਹੋਵੇ,
ਜਿਹੜਾ ਵੀ ਇਹੋ ਜਿਹੇ ਬੰਦੇ ਦੀ ਸਪੋਰਟ ਕਰਦਾ ਵਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ। ਤੁਹਾਨੂੰ ਕੋਈ ਨਹੀਂ ਪੁੱਛੇ। ਮਾਨ ਸਾਹਿਬ ਬੜੀ ਚੰਗੀ ਗੱਲ, ਪਰ ਮਾਨ ਸਾਹਿਬ ਨੂੰ ਇੱਕ ਬੇਨਤੀ ਹੋਰ ਕਰਾਂਗੇ। ਜਿਹੜੇ 31,000 ਕਰੋੜ ਰੁਪਈਆ ਲੈ ਕੇ ਆਏ ਸੀ ਅਕਾਲੀ, ਜਿਹੜੇ ਖਾ ਕੇ ਮੁੜ ਕੇ ਇਹਨਾਂ ਲੋਨ ਚ ਪਵਾ ਦਿੱਤਾ, ਇੱਕ ਕਮਿਸ਼ਨ ਬਿਠਾ ਕੇ ਉਹਦੀ ਇਨਕੁਆਇਰੀ ਵੀ ਕਰਾ ਦਿੱਤੀ। ਮਾਨ ਸਾਹਿਬ ਤੁਸੀਂ ਇਹ ਵੀ ਕਿਹਾ ਕਿ ਜਿਹੜੇ ਪਿਛਲੇ ਸਮੇਂ ਝੂਠੇ ਪਰਚੇ ਦਰਜ ਹੋਏ ਉਹ ਰੱਦ ਕਰਨ ਵਾਸਤੇ ਇੱਕ ਕਮਿਸ਼ਨ ਬਣਾਇਆ ਜਾਊਗਾ। ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ ਵੀ ਪਿਛਲੇ 10 ਸਾਲ ਜਿਹੜੇ ਅਕਾਲੀਆਂ ਦੀ ਸਰਕਾਰ ਸੀ, ਜਿਹੜੇ ਪਰਚੇ ਨਜਾਇਜ਼ ਹੋਏ ਸਾਰੇ ਰੱਦ ਕਰੋ। ਮੇਖਾ ਹਜ਼ਾਰਾਂ ਪਰਚੇ ਰੱਦ ਕੀਤੇ ਗਏ ਸੀ ਉਸ ਕਮਿਸ਼ਨ ਦੀ ਰਿਪੋਰਟ ਦੇ ਉੱਤੇ। ਤੇ ਜੇ ਮਾਨ ਸਾਹਿਬ ਨੇ ਕੀਤਾ ਤੇ ਚੰਗੀ ਗੱਲ ਆ। ਮਾਨ ਸਾਹਿਬ ਜੇ ਪਾਰਦਰਸ਼ੀ ਪ੍ਰਸ਼ਾਸਨ ਤੁਸੀਂ ਦੇਣ ਚ ਕਾਮਯਾਬ ਹੋ ਗਏ ਤੇ ਫਿਰ ਤੇ ਠੀਕ ਆ। ਜੇ ਨਾ ਕਾਮਯਾਬ ਹੋਏ ਤੇ ਤੁਹਾਡਾ ਇੱਕ ਬੜਾ ਵੱਡਾ ਸੰਗਰੂਰ ਦੀ ਲੋਕ ਸਭਾ ਚੋਣ ਦਾ ਇਮਤਿਹਾਨ ਜੇ। ਤੁਹਾਨੂੰ ਪਤਾ ਹੋਏਗਾ 1997 ਦੇ ਵਿੱਚ ਥਾਮਜ਼ ਆਫ ਮੈਜੋਰਟੀ ਨਾਲ ਅਕਾਲੀ ਭਾਜਪਾ ਜਿੱਤੇ ਸੀ, 94 ਸੀਟਾਂ ਲੈ ਕੇ ਗਏ ਸੀਗੇ, 14 ਸੀਟਾਂ ਸਿਰ ਮਿਲੀਆਂ ਸੀ ਕਾਂਗਰਸ ਨੂੰ। ਲੇਕਿਨ 98 ਮਈ ਦੇ ਵਿੱਚ, ਫਰਵਰੀ ਤੇ ਇਹ 97 ਸੀਟਾਂ ਲੈਂਦੇ ਆ ਤੇ ਫਰਵਰੀ ਦੇ ਵਿੱਚ ਮਈ 98 ਦੇ ਵਿੱਚ ਇੱਕ ਬਾਈ ਇਲੈਕਸ਼ਨ ਹੁੰਦੀ ਹੈ ਜਦੋਂ ਬਾਪੂ ਸਰੂਪ ਸਿੰਘ ਦੀ ਡੈਥ ਹੋ ਜਾਂਦੀ ਹੈ ਤੇ ਆਦਮਪੁਰ ਦੀ ਬਾਈ ਇਲੈਕਸ਼ਨ ਹੁੰਦੀ ਤੇ 5 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਕਵਲਜੀਤ ਸਿੰਘ ਜਿੱਤ ਗਿਆ ਸੀ, ਕਵਲਜੀਤ ਸਿੰਘ ਲਾਲੀ। ਤੇ ਇੱਕ ਕਲੰਕ ਲੱਗ ਗਿਆ ਸੀ ਸਰਕਾਰ ਤੇ। ਫਿਰ ਉਸ ਤੋਂ ਬਾਅਦ ਜਿਹੜੀ ਸੀ ਬਾਦਲ ਸਰਕਾਰ ਦਾ ਡਾਊਨਫਾਲ ਸ਼ੁਰੂ ਹੋ ਗਿਆ। ਇਸ ਕਰਕੇ ਤੁਹਾਡੇ ਵਾਸਤੇ ਇਮਤਿਹਾਨ ਆ। ਜੇ ਤੇ ਇਹ ਚੰਗੇ ਕੰਮ ਕਰਨ ਚ ਕਾਮਯਾਬ ਹੋ ਗਏ ਤੇ ਠੀਕ ਆ, ਜੇ ਨਾ ਹੋਏ ਤੇ ਫਿਰ ਉਹ ਇਮਤਿਹਾਨ ਚੋਂ ਫੇਲ ਹੋ ਗਏ ਤੇ ਫਿਰ ਗਾਂ ਜਿਹੜੀ 24 ਚ ਇਲੈਕਸ਼ਨ ਹੋਣੀ ਉਹਦੇ ਵਿੱਚ ਵੀ ਤੁਹਾਨੂੰ ਕੋਈ ਬਹੁਤਾ ਜਿਹੜੇ ਨੰਬਰ ਨਹੀਂ ਮਿਲਦੀ ਆਸੇ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕੰਮ ਨਹੀਂ ਕਰ ਰਹੇ, ਤੁਸੀਂ ਕੰਮ ਕਰ ਰਹੇ ਹੋ, ਆਪਣੀ ਸਮਰੱਥਾ ਤੋਂ ਵੱਧ ਕਰ ਰਹੇ ਹੋ। ਜੇ ਕਿਤੇ ਇਹਦੀ ਇਹ ਰਿਕਵਰੀ ਕਰ ਲਓ ਤੇ ਮੇਰਾ ਖਿਆਲ ਹੈ ਵੀ ਸਾਡਾ ਕੁਛ ਨਾ ਕੁਛ ਜਿਹੜਾ ਕਰਜ਼ਾ ਜਿਹੜਾ ਉਹ ਘੱਟ ਹੋ ਸਕਦਾ। ਚਾਵਲਾ ਜੀ, ਅੱਜ ਦੀ ਡੇਟ ਦੇ ਵਿੱਚ ਅਸੀਂ 3 ਲੱਖ ਕਰੋੜ ਦੇ ਥੱਲੇ ਆ ਕਰਜ਼ੇ ਥੱਲੇ, ਤੇ 3 ਲੱਖ ਕਰੋੜ ਦਾ ਕਰਜ਼ਾ ਉਹ ਵੀ ਥੱਲੇ ਆ ਗੁਜਰਾਤ ਰਾਜ, ਜਿੱਥੇ ਅਸੀਂ ਕਹਿੰਦੇ ਮਾਡਲ ਰਾਜ, ਮਾਡਲ ਸਟੇਟ ਆ। ਮੋਦੀ ਸਾਹਿਬ ਸਿਫਤਾਂ ਕਰਦੇ ਸਕਦੇ, ਉਹਦੇ ਤੇ ਵੀ 3 ਲੱਖ ਕਰੋੜ ਕਰਜ਼ਾ ਵਾ। ਲੇਕਿਨ ਉਹਦੀ ਪਾਪੂਲੇਸ਼ਨ ਦੇ ਹਿਸਾਬ ਨਾਲ, ਉਹਦੇ ਏਰੀਏ ਦੇ ਹਿਸਾਬ ਨਾਲ ਸਾਡੇ ਪੰਜਾਬ ਤੋਂ ਡਬਲ ਆ। ਇਸ ਕਰਕੇ ਮਾਨ ਸਾਹਿਬ ਇੱਕ ਤੇ ਉਹ 31,000 ਕਰੋੜ ਰੁਪਇਆ ਰਿਕਵਰ ਕਰ ਲਓ। ਇੱਕ ਆਹ ਜਿਹੜੀ ਤੁਸੀਂ ਗੱਲ ਕੀਤੀ ਸਖਤੀ ਨਾਲ ਕਰ ਦਿਓ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਮੰਤਰੀ ਜਾਂ ਸੰਤਰੀ ਜਾਂ ਇਹਨਾਂ ਦਾ MLA ਕੋਈ ਕਿਸੇ ਦਾ ਫੋਨ ਨਹੀਂ ਚੁੱਕਦਾ। ਕੋਈ ਗੱਲ ਨਹੀਂ, ਕੋਈ ਅਸੀਂ ਉਹੀ ਵਕਤ ਫਿਰ ਰਹੇ ਆ ਕਿ 31,000 ਕਰੋੜ ਰੁਪਇਆ ਮਾਨ ਸਾਹਿਬ ਤੁਸੀਂ ਰਿਕਵਰ ਕਰ ਸਕਦੇ ਹੋ। ਇਹਨਾਂ ਨੂੰ ਦੇਣਾ ਪੈਣਾ। ਇਹਨਾਂ ਨੇ ਖਾਧਾ ਕਾਲੀਆਂ ਨੇ, ਲੈ ਕੇ ਛੱਡੋ ਇਹਨਾਂ ਕੋਲੋਂ। ਇੱਕ ਤੇ ਤੁਹਾਡੀ ਗੁੱਡਵਿਲ ਬਣੇਗੀ, ਇੱਕ ਖਜ਼ਾਨੇ ਦਾ ਕੁਝ ਭਾਰ ਹਲਕਾ ਹੋਊਗਾ, ਤੁਹਾਨੂੰ ਕੁਝ ਲਾਭ ਹੋਊਗਾ ਇਹਦੇ ਵਿੱਚ ਜੀ। ਦੂਸਰੀ ਜੀ ਅੱਜ ਸਖਤੀ ਕੀਤੀ ਹੈ, ਇਹ ਸਖਤੀ ਕਾਗਜ਼ਾਂ ਨਾ ਰਵੇ। ਜਿੱਥੇ ਤੁਸੀਂ ਮੀਟਿੰਗ ਕੀਤੀ ਉਸ ਕਮਰੇ ਤੱਕ ਨਾ ਰਵੇ, ਇਹ ਬਾਹਰ ਵੀ ਆਵੇ। ਅਜੇ ਵੇਖੋ ਭਗਵੰਤ ਅਜੇ ਵੇਖੋ ਜਿਹੜੇ ਮੰਤਰੀ ਕਾਂਗਰਸ ਦੇ ਸੀ ਜਾਂ ਅਕਾਲੀਆਂ ਦੇ ਸੀ ਜੀ, ਉਹ ਸਰਕਾਰੀ ਸਮਾਨ ਵੀ ਆਪਣੇ ਚੁੱਕ ਲੈ ਗਏ ਜੀ, ਆਪਣੇ ਜਿੱਥੇ ਕੋਠੇ 'ਚ ਰਹਿੰਦੇ ਸੀ। ਹੈ ਕੋਈ ਇਨਸਾਫ? ਉਹ ਕੋਈ ਭੁੱਖ ਦੀ ਵੀ ਹੱਦ ਹੁੰਦੀ ਆ। ਜੇ ਉੱਥੋਂ 2-4-5 ਲੱਖ ਸਮਾਨ ਚੁੱਕ ਕੇ ਤੁਸੀਂ ਲੈ ਗਏ ਹੋ, ਕਰੋੜਾਂ ਰੁਪਏ ਕਮਾਏ ਆ। ਸਾਡੇ ਮਾਨਯੋਗ ਜਿਹੜੇ ਵਿੱਤ ਮੰਤਰੀ ਰਹੇ ਨੇ, ਜਿਨ੍ਹਾਂ ਦਾ ਇੱਕੋ ਹੀ ਬਿਆਨ ਹੁੰਦਾ ਸੀਗਾ, ਇੱਕੋ ਹੀ ਗੱਲ ਕਰ, ਦੂਜੀ ਗੱਲ ਨਹੀਂ ਹੁੰਦੀ ਹੁੰਦੀ। ਜਦੋਂ ਪੁੱਛੀਦਾ ਸੀ ਉਹ ਕਹਿੰਦੇ ਕੀ ਹਾਲ ਚਾਲ, ਖਜ਼ਾਨਾ ਖਾਲੀ ਹੈ। ਭਾਵੇਂ ਉਹ ਅਕਾਲੀਆਂ ਦੀ ਸਰਕਾਰ 'ਚ ਵਿੱਤ ਮੰਤਰੀ ਹੈ ਤੇ ਭਾਵੇਂ ਕਾਂਗਰਸ ਦੀ ਸਰਕਾਰ 'ਚ ਹੈ, ਖਜ਼ਾਨਾ ਖਾਲੀ ਹੈ ਜੀ। ਖਜ਼ਾਨਾ ਕਦੀ ਵੀ ਖਾਲੀ ਹੁੰਦਾ, ਰੋਜ਼ ਭਰਦਾ, ਰੋਜ਼ ਪੈਸੇ ਨਿਕਲਦੇ, ਰੋਜ਼ ਆਉਂਦੇ ਆ। 31 ਮਾਤਰ ਹਿਸਾਬ ਹੋ ਜਾਂਦਾ। ਉਹ ਵੀ ਉੱਥੋਂ ਮਾਲ ਚੁੱਕ ਕੇ ਲੈ ਗਏ ਤੇ ਹੁਣ ਕਹਿੰਦੇ ਜੀ 15 ਸਾਲ ਮਾਲ ਪੁਰਾਣਾ ਸੀ, ਮੇਰੇ ਨਾਲ ਬਹਿ ਕੇ ਸੈਟਅਪ ਕਰ ਲਓ ਤੇ ਪੈਸੇ ਲੈ ਲਓ। ਕਿਉਂ ਬਈ? ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਵੀ ਤੁਸੀਂ ਸਰਕਾਰੀ ਸਮਝ ਕਿਉਂ ਚੁੱਕ ਕੇ ਲੱਗੇ ਇੱਥੋਂ? ਤੁਹਾਨੂੰ ਕਿਹਨੇ ਅਧਿਕਾਰ ਦਿੱਤਾ? ਇੱਕ ਨਹੀਂ, ਉਹ ਕਾਂਗਰਸ ਸਾਹਿਬ ਕਹਿੰਦੇ ਜੀ ਚਾਬੀ ਤੇ ਮੇਰੇ ਕੋਲ ਹੈ ਜੇ, ਤੇ ਸਮਾਨ ਕਿੱਥੋਂ ਲੈ ਕੇ? ਉਹ ਭਾਈ ਨਹੀਂ, ਉਹ ਉੱਥੇ PWD ਵਾਲੇ ਵੀ ਆ ਗਏ ਨੇ,
ਉੱਥੇ ਸਿਹਤ ਵਿਭਾਗ ਵਾਲੇ ਆ ਗਏ ਨੇ, ਸਾਰੇ ਵਿਭਾਗ ਇਕੱਠੇ ਨੇ, ਸਾਰਿਆਂ ਨੇ ਆ ਕੇ ਐਸਟੀਮੇਟ ਬਣਾਇਆ ਵੀ ਇਹ ਸਮਾਨ ਗੈਪ ਹੈ, ਦੱਸੋ ਕਿੱਥੇ ਆ। ਤੇ ਮਾਨ ਸਾਹਿਬ ਇਹਨਾਂ ਕੋਲ ਪੈਸੇ ਨਾ ਲਓ, ਇਹਨਾਂ ਤੇ ਚੋਰੀ ਦੇ ਮੁਕੱਦਮੇ ਦਰਜ ਕਰੋ, ਪੈਸੇ ਆਪੇ ਰਿਕਵਰ ਕਰੀਗੀ ਕੋਰਟ ਇਹਨਾਂ ਕੋਲੋਂ, ਪਤਾ ਲੱਗ ਦਿਮਾਗ ਟਿਕਾਣੇ ਹੋ ਜਾਊਗਾ, ਕੋਈ ਇਸੇ ਰੇਫਰੀ ਕਰੂਗਾ ਨਹੀਂ। ਇਸ ਕਰਕੇ ਇਹ ਜਿਹੜੇ ਜੋਕਾਂ ਲੱਗੀਆਂ ਸੀ ਨੇ ਪੰਜਾਬ ਨੂੰ, ਮਸਾਂ ਲੋਕਾਂ ਨੇ ਲਾਈਆਂ। ਤੇ ਮਾਨ ਸਾਹਿਬ ਆਪਣੇ MLA ਨੂੰ ਤੇ ਆਪਣੇ ਮੰਤਰੀਆਂ ਨੂੰ ਜੋਕਾਂ ਨਾ ਬਣ ਦਿਓ। ਜੇ ਜੋਕਾਂ ਬਣੀਆਂ ਤੁਹਾਡਾ ਹਾਲ ਬੜਾ ਕਰਨ ਵਾਲੇ ਮੋਰਾ ਇਹਨਾਂ ਲੋਕਾਂ ਨੇ। ਪੰਜਾਬ ਦੀ ਇੱਕ ਫਿਦਰਤ ਰਹੀ ਆ, ਲਿਆਉਂਦੇ ਇਹ ਹਾਥੀ ਦੇ ਲਾ ਕੇ ਦੇ, ਜਦੋਂ ਅਸੀਂ ਛੱਡ ਕੇ ਆਉਂਦੇ ਆ ਨਾ ਖੋਤੇ ਤੇ ਪਾ ਕੇ ਮੂੰਹ ਪਿਛਾਂ ਨੂੰ ਕਰ ਦਿੰਦੇ ਵੀ ਚੱਲ ਤੁਰਿਆ ਚੱਲ, ਉਹਨੂੰ ਖੋਤਾ ਵੀ ਨਹੀਂ ਦਿੰਦੇ ਜੀ, ਨੰਗੇ ਪੈਰੀ ਤੋੜਦੇ। ਇਸ ਕਰਕੇ ਮਾਨ ਸਾਹਿਬ ਤੁਸੀਂ ਬਹੁਤ ਚੰਗਾ ਕੀਤਾ, ਤਾੜਨਾ ਕੀਤੀ ਹੈ, ਮੀਟਿੰਗ ਕੀਤੀ ਹੈ, ਲੇਕਿਨ 31,000 ਕਰੋੜ ਰੁਪਇਆ ਜ਼ਰੂਰ ਰਿਕਵਰ ਕਰੋ ਜੀ। ਕਾਲਰਸ ਨੂੰ ਹੁਣ ਬੇਨਤੀ ਹੈ ਕਿ ਤੁਹਾਡੀ ਹੁਣ ਵਾਰੀ ਆ ਚੁੱਕੀ, ਤੁਸੀਂ ਕਾਲ ਕਰ ਸਕਦੇ ਹੋ 905 813 1320 905 813 1320। ਲੈਂਦੇ ਪਹਿਲੀ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਤੁਹਾਨੂੰ ਜਿਹੜਾ ਤੁਸੀਂ ਪਹਿਲਾਂ ਕਿਹਾ ਵੀ ਉਹ ਸਖਤੀ ਹੈ, ਜੇ ਇਸ ਦਫਾ ਕਣਕ ਦਾ ਨਿਕਾਲ ਯੀਲਡ ਵੀ ਘੱਟ ਹੈ ਔਰ ਮੰਗ ਜ਼ਿਆਦਾ ਸਟੋਰ ਕਰਨ ਵਾਸਤੇ ਵੀ ਜਾਂ ਪ੍ਰਾਈਵੇਟ ਜਿਹੜਾ ਪਲੇਅਰ ਹੈ ਉਹ ਵੀ ਆ ਰਿਹਾ, ਫਿਰ ਬਾਹਰਲੇ ਸੂਬਿਆਂ ਚੋਂ ਕਿਉਂ ਨਹੀਂ ਖਰੀਦੂ? ਕਿਉਂ ਪੰਜਾਬ ਵਿੱਚ ਬਾਹਰਲੀ ਕਣਕ ਆਊਗੀ? ਇੱਕ ਤਾਂ ਇਹ ਫਿਰ ਤਾਂ ਉਹ ਸਗਾ ਜਿੱਥੇ 1000 ਨੂੰ ਵਿਕਦੀ ਹੈ, 1500 ਨੂੰ ਵਿਕਦੀ ਹੈ, 1200, ਉੱਥੇ ਜਾ ਕੇ ਖਰੀਦ ਸਕਦਾ ਮੇਰਾ ਖਿਆਲ ਹੈ। ਦੂਜੀ ਗੱਲ, ਇੱਕ ਮੈਂ ਅਕੀਦਾ ਸਾਹਿਬ ਨਾਲ ਵੀ ਅੱਜ ਤੋਂ 5 ਦਿਨ ਪਹਿਲਾਂ ਕਰੀ ਸੀ, ਇਹਨਾਂ ਦਾ ਬਹੁਤ ਵਧੀਆ ਫੈਸਲਾ। ਸਭ ਤੋਂ ਪਹਿਲਾ ਫੈਸਲਾ ਜਿਹੜਾ ਆਇਆ ਵੀ ਇੱਕ ਪੈਨਸ਼ਨ ਮਿਲੂਗੀ, ਕੋਈ ਭਾਵੇਂ 10 ਵਾਰ ਹੋ ਜਾਵੇ, 5 ਵਾਰ ਹੋ ਜਾਵੇ, 2 ਵਾਰ ਹੋਵੇ, ਇੱਕ ਪੈਨਸ਼ਨ ਮਿਲੂ, ਨਾ ਕਿ ਜਿੰਨੀ ਦਫਾ MLA ਜਾਂ MP ਸਾਰੀਆਂ ਉਹਨੀਆਂ ਪੈਨਸ਼ਨਾਂ ਹੋਣਗੀਆਂ। ਇਹਦੇ ਨਾਲ ਇੱਕ ਹੋਰ ਥੋੜੀ ਜਿਹੀ ਗੱਲ, ਇੱਕ ਸ਼ਲਾਘਾਯੋਗ ਹੈ ਪਰ ਉਹਦੇ ਨਾਲ ਕੰਪਲੀਟ ਕਰਨ ਵਾਲੀ, ਇੱਕ ਤਾਂ ਇਹ 3 ਲੱਖ ਇਹਨਾਂ ਨੂੰ ਸੈਰਾਂ ਸੂਰਾਂ ਦਾ ਤੇ ਬਾਕੀ ਫੈਮਿਲੀ ਨੂੰ ਫਸਟ ਕਲਾਸ ਰੇਲਵੇ ਦਾ ਸਾਰੀ ਉਮਰ ਵਾਸਤੇ ਹੋਰ ਉਹ ਬੈਨੀਫਿਟਸ ਜਿਹੜੇ ਹੈਗੇ ਨੇ, ਪਰਕਸ ਹੈਗੇ ਨੇ, ਅੰਗਰੇਜ਼ੀ ਪਰਕਸ ਕਹਿੰਦੇ ਆ, ਸਹੂਲਤਾਂ, ਉਹ ਬੰਦ ਨਾਲ ਹੋਣੀਆਂ ਚਾਹੀਦੀਆਂ ਨੇ। ਦੂਜੀ ਗੱਲ ਇੱਕ ਹੋਰ ਕਾਰਨ ਇਹ, ਚਲੋ 75,000 ਆ, ਮੈਂ ਤਾਂ ਵੈਸੇ ਚਾਹੁੰਦਾ ਵੀ 50,000 ਤੋਂ ਵੱਧ ਨਹੀਂ ਹੋਣੀ ਚਾਹੀਦੀ। ਐਡੇ ਐਡੇ ਵੱਡੇ IAS ਆਫਿਸਰ ਨੂੰ ਵੀ ਕੋਈ 50,000 ਤੋਂ। ਦੂਜੀ ਹੈ ਵੀ ਇੱਕ ਇਹ ਕਰ ਦੇਣ ਵੀ ਇੱਕ ਦਫਾ ਨਾਲ ਨਹੀਂ, 2 ਦਫਾ ਜ਼ਰੂਰੀ ਆਉਣਾ ਪਊ। ਜਿਵੇਂ ਹੁਣ ਕੈਨੇਡਾ 'ਚ ਇੱਥੇ 6 ਸਾਲ ਨੇ, 4 ਸਾਲ ਦੀ ਟਰਮ ਹੈ, 2 ਵਾਰ ਜਿੱਤਣਾ ਜ਼ਰੂਰੀ ਹੈ। ਇੱਕ ਇਹ ਇਹਨਾਂ ਕੁ ਨਾਲ ਹੋਰ ਕਰਨ, ਫਿਰ ਇਹ ਕੰਪਲੀਟ ਹੋ ਜੂ ਇਹ ਮਸਲਾ ਇਹਨਾਂ ਦਾ। ਇਹਦੀ ਬਾਤ ਤੁਸੀਂ ਚਾਨਣਾ ਪਾਇਓ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਜਿਹੜੀ ਗੱਲ ਤੁਸੀਂ ਪੈਨਸ਼ਨ ਦੀ ਗੱਲ ਕੀਤੀ ਜੀ, ਮੈਂ ਤੁਹਾਨੂੰ ਸਪਸ਼ਟ ਕਰ ਦਿਆਂ, ਸਭ ਤੋਂ ਵੱਧ ਪੈਨਸ਼ਨ ਪੰਜਾਬ 'ਚ ਸੂਬਾ ਜਿਹੜਾ ਰਿਟਾਇਰ ਹੋ ਗਿਆ MLA, ਉਹਨੂੰ 50,000 ਰੁਪਇਆ ਪੈਨਸ਼ਨ ਮਿਲੂਗੀ ਮਹੀਨਾ ਸਿਰਫ। ਜੇ ਕੋਈ ਦੂਸਰੀ ਵਾਰੀ MLA ਬਣਦਾ ਵਾ ਤੇ ਉਹਦੀ ਪੈਨਸ਼ਨ ਦੇ ਵਿੱਚ ਸਿਰਫ 2,000 ਰੁਪਏ ਵਾਧਾ ਹੋਊਗਾ, ਸਿਰਫ 2,000। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਲੈ ਕੇ ਨਹੀਂ, ਜਿਹੜਾ ਵੀ MLA ਰਿਟਾਇਰ ਹੁੰਦਾ ਉਹਨੂੰ 20,000 ਪੈਨਸ਼ਨ ਮਿਲੂਗੀ ਤੇ ਉਹਦੀ ਜਿਹੜੀ ਦੂਜੀ ਵਾਰੀ MLA ਬਣਦਾ ਤਾਂ ਉਹਦੀ ਪੈਨਸ਼ਨ 'ਚ 800 ਰੁਪਏ ਵਾਧਾ ਹੋਊਗਾ। ਉਹਨਾਂ ਨੇ 2016 ਤੋਂ ਇਹ ਇੰਪਲੀਮੈਂਟ ਕੀਤਾ ਵਾ ਜੀ। ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਆਗੂ ਸੀ, ਕੈਪਟਨ ਅਮਰਿੰਦਰ ਸਿੰਘ ਦੇ ਕੋਲ 2018 ਦੇ ਵਿੱਚ ਐਪਲੀਕੇਸ਼ਨ ਲੈ ਕੇ ਗਏ ਸੀ, ਪੈਨਸ਼ਨ ਬੰਦ ਕਰੋ ਸਾਰਿਆਂ ਦੀ, ਹੈ ਇੱਕ ਪੈਨਸ਼ਨ ਦਿਓ ਇਹਨਾਂ ਨੂੰ। ਇਹਨਾਂ ਦੀ ਆਪਣੀ ਮੰਗ ਸੀਗੀ, ਉਦੋਂ ਇਹਨਾਂ ਦੀ ਮੰਗ ਪ੍ਰਵਾਨ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਸੀ ਤੇ ਉਹਦੇ ਆਪਣੇ ਵਿਧਾਇਕਾਂ ਤੇ ਮੰਤਰੀ ਨੇ ਵਿਰੋਧ ਕੀਤਾ ਸੀ, ਜਿਹਦੇ ਕਰਕੇ ਉਹ ਇੰਪਲੀਮੈਂਟ ਨਹੀਂ ਕਰ ਸਕੇ ਸੀ। ਇਸੇ ਮੰਚ ਤੋਂ ਪਹਿਲੇ ਦਿਨ ਗੱਲ ਕੀਤੀ ਸੀ ਆਪਾਂ ਵੀ ਆਮ ਦੀ ਸਰਕਾਰ ਬਣ ਗਈ ਆ, ਲੇਕਿਨ ਜਿਹੜਾ ਮੰਗ ਪੱਤਰ 2018 ਦਿੱਤਾ ਸੀ ਉਹਨੂੰ ਇੰਪਲੀਮੈਂਟ ਜ਼ਰੂਰ ਕਰਨਾ। ਮਾਨ ਸਾਹਿਬ ਇਸ ਗੱਲ ਦੀ ਵਧਾਈ ਦੇ ਪਾਤਰ ਨੇ, ਉਹਨਾਂ ਕੀਤੀ। ਸਾਡੇ MLA ਰਿਟਾਇਰ ਰੋਈ ਜਾਂਦੇ ਆ, ਸਾਡੇ ਖਰਚੇ ਬੜੇ ਆ ਜੀ, ਸਾਨੂੰ ਜਾਣਾ ਪੈਂਦਾ ਜੀ, ਆਉਣਾ ਪੈਂਦਾ ਜੀ, ਸਾਡਾ 75 ਜੱਜ ਗੁਜ਼ਾਰਾ ਨਹੀਂ ਜੀ। ਨਹੀਂ ਹੈਗਾ ਤੇ ਭਾਈ ਜਿੱਥੋਂ ਮਰਜ਼ੀ ਕਰੋ। ਜੇ ਤੁਹਾਡੀਆਂ ਜਾਇਦਾਦਾਂ ਸਾਰੀਆਂ ਦਾ ਅੱਜ ਕਿਤੇ ਹਿਸਾਬ ਕਿਤਾਬ ਕੀਤਾ ਜਾਵੇ, ਮਾਨ ਸਾਹਿਬ ਜਿਹੜੇ ਬੰਦੇ ਇਹ ਗੱਲ ਕਹਿੰਦੇ ਸਾਡਾ ਗੁਜ਼ਾਰਾ ਨਹੀਂ, ਇੱਕ ਕਮਿਸ਼ਨ ਬਣਾ ਕੇ ਉਹਨਾਂ ਦੀ ਜਾਇਦਾਦ ਨੂੰ ਲੇਖਾ ਜੋਖਾ ਕਰ ਲਓ ਤੇ ਕਿੰਨੀ ਕੀ ਜਾਇਦਾਦ ਬਣਾਈ ਉਹਨਾਂ ਨੇ। ਦੂਸਰੀ ਗੱਲ ਜਿਹੜੀ ਤੁਸੀਂ ਸਹੂਲਤਾਂ ਦੀ ਗੱਲ ਕੀਤੀ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਦੋਂ ਉਹ MLA ਨਹੀਂ ਹੁੰਦਾ, ਇੱਕ ਆਮ ਆਦਮੀ ਹੁੰਦਾ।
ਐਮਐਲਏ ਦੀ ਕੋਈ ਜ਼ਿੰਮੇਵਾਰੀ, ਉਹਦੀ ਜ਼ਿੰਮੇਵਾਰੀ ਕੋਈ ਨਹੀਂ, ਉਹਦੀ ਜ਼ਿੰਮੇਵਾਰੀ ਆਮ ਲੋਕਾਂ ਵਰਗੀ ਹੋ ਜਾਂਦੀ ਹੈ। ਤੇ ਫਿਰ ਸਹੂਲਤਾਂ ਕਿਉਂ ਉਹਨੂੰ? ਬਿਲਕੁਲ ਨਹੀਂ ਮਿਲਣੀਆਂ ਚਾਹੀਦੀ, ਮੈਂ ਤੁਹਾਡੇ ਨਾਲ ਸਹਿਮਤ। ਲੇਕਿਨ ਇਹਦੇ ਵਾਸਤੇ ਉਹ ਕਰਾਂਗੇ ਆਪਾਂ ਸਹੀਏ ਕਿਉਂਕਿ ਤੇ ਸਰਕਾਰ ਬਣੀ ਹੈ, ਥੋੜਾ ਸਮਾਂ ਹੋਇਆ ਵਾ, ਸਰਕਾਰ ਨੂੰ ਚੱਲ ਲੈਣ ਦਿਓ। 6 ਮਹੀਨੇ ਦੇ ਵਿੱਚ ਪੂਰਾ ਰੌਲਾ ਪਾਵਾਂਗੇ ਜੀ। ਇਹਨਾਂ ਦੀ ਗੱਲ ਚ ਪੰਜਾਬੀ ਚ ਕਹਿੰਦੇ ਗੂੜ ਦੇਣਾ, ਗੂੜ ਉਹ ਲਫ਼ਜ਼ ਥੋੜਾ ਔਖਾ ਹੋ ਜਾਂਦਾ ਬੋਲਣਾ। ਅਸੀਂ ਇਹਨਾਂ ਨੂੰ ਮਜਬੂਰ ਵੀ ਕਰਾਂਗੇ, ਭਾਈ ਇਹ ਗੱਲ ਹੈਗੀ ਆ। ਜਦੋਂ ਬਾਰ-ਬਾਰ ਇਸ ਮੰਚ ਤੋਂ ਅਸੀਂ ਕਹਾਂਗੇ ਆਟੋਮੈਟਿਕਲੀ ਗੱਲ ਸਾਡੀ ਸੁਣਨ ਤੋਂ ਲਈ ਮਜਬੂਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਕੀਦਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਪੱਟੀ ਸਾਹਿਬ ਜੀ। ਜਸਵੀਰ ਸਿੰਘ ਪੱਟੀ ਬੋਲ ਰਿਹਾ ਮਹਾਰਾਜ। ਪੱਟੀ ਸਾਹਿਬ। ਹਾਂਜੀ, ਓਕੇ ਸੌਰੀ ਬਹੁਤ। ਮੈਂ ਕਿਹਾ ਦੂਸਰਾ ਜਿਹੜਾ ਮਨਪ੍ਰੀਤ ਬਾਦਲ ਦਾ ਇੱਕ ਹੋਰ ਮੰਤਰੀ ਉੱਥੋਂ ਸਮਾਨ ਚੱਕ ਕੇ ਲੈ ਕੇ ਗਏ ਆ ਤੇ ਉਹਨਾਂ ਦੇ ਮੈਂ ਸਰ ਇੱਕੋ ਹੀ ਰੂਪ ਅਸੀਂ ਕੋਈ ਗੱਲ ਨਹੀਂ, ਜੋ ਮਰਜ਼ੀ ਕਹੋ ਤੁਸੀਂ। ਜੀ ਹਾਂਜੀ ਇੱਕੋ, ਠੀਕ ਹੈ ਜੀ। ਬਾਕੀ ਮੈਂ ਕਿਹਾ ਜਿਹੜਾ ਮਨਪ੍ਰੀਤ ਬਾਦਲ ਦਾ ਇੱਕ ਹੋਰ ਮੰਤਰੀ ਸਮਾਨ ਚੱਕ ਕੇ ਲੈ ਕੇ ਗਏ, ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਚਾਹੀਦਾ ਜੀ। ਤੇ ਉਹ ਕਿਹਨੂੰ ਪੁੱਛ ਕੇ ਲੈ ਕੇ ਗਏ, ਕਿਹਨੂੰ ਦੱਸ ਕੇ ਲੈ ਕੇ ਗਏ ਆ? ਤੇ ਦੂਜਾ ਉਹ ਸਮਾਨ ਕਹਿ ਚੁੱਕੇ ਆ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਚੋਰੀ ਦਾ ਜੀ ਕਹਿ ਚੁੱਕੇ। ਅਗਲਾ ਸਵਾਲ ਤੁਹਾਡਾ ਕੀ ਹੈ ਵੀਰੇ? ਹਾਂਜੀ, ਮੈਂ ਕਿਹਾ ਵੀ ਸਮਾਨ ਦੇਖੋ ਨਾ ਬਾਹਰ ਕਿੰਨਾ ਮਹਿੰਗਾ ਹੋਊਗਾ, ਤਦੇ ਉਹ ਲੈ ਕੇ ਗਏ ਆ। ਜੇ ਹੁਣ ਉਹਨਾਂ ਨੂੰ ਫੇਰ PWD ਵਾਲੇ ਨੂੰ ਉੱਥੇ ਰੱਖਣਾ ਪਊਗਾ ਤਾਂ ਦੁਗੜੀ ਤਿੱਗੜੀ ਕੀਮਤ ਲੈ ਕੇ ਰੱਖਣਾ ਪਊਗਾ ਉਹਨਾਂ ਤੋਂ। ਯਾਨੀ ਕਿ ਇਹ ਹੁਣ ਉਹਨਾਂ ਤੋਂ ਸਮਾਨ ਵਾਪਸ ਮੰਗਾ ਲੈਣਾ ਚਾਹੀਦਾ, ਤੇ ਜਾਂ ਉਹਨਾਂ ਨੂੰ ਕਹਿਣਾ ਚਾਹੀਦਾ ਜਿੰਨੇ ਦਾ ਬਾਹਰ ਆਉਂਦਾ ਉਨੇ ਪੈਸੇ ਦਿਓ, ਜਾਂ ਉਹਨਾਂ ਦੀ ਦੁਬਾਰਾ ਬੋਲੀ ਲਗਾ ਕੇ ਲਗਾਓ ਕਿ ਤੁਸੀਂ ਕਾਹਤੇ ਲੈ ਕੇ ਗਏ ਆ। ਫਿਰ ਤਾਂ ਜੋ ਪੈਸੇ ਦਿੰਨੇ ਤਾਂ ਅੱਧੇ ਵੀ ਨਹੀਂ ਹੋਣੇ ਜੀ। ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ। ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਦੇ ਵਿੱਚ ਗਿਆਨੀ ਸਾਡੇ ਜਿਹੜੇ ਹੈਗੇ ਸੀ, ਕਰਤਾਰ ਸਿੰਘ ਹੋਰੀ ਉਹ ਮੰਤਰੀ ਸਨ, ਤੇ ਉਹਨਾਂ ਦੀ ਇੱਕ ਫ੍ਰਿਜ ਪਈ ਸੀ ਜੋ ਠੰਡਾ ਪਾਣੀ ਪਿਆ। ਪ੍ਰਤਾਪ ਸਿੰਘ ਕੈਰੋਂ ਦਫ਼ਤਰ ਤੋਂ ਕਹਿੰਦੇ ਸਾਡੇ ਵੀ ਲਾਲ ਤੁਹਾਡੇ ਲੱਗੀ ਨਹੀਂ, ਉਹ ਵੇਖ ਕੇ ਤਾਂ ਲੱਗੀ ਆ, ਤੇ ਉਹ ਡੱਬਾ ਉਤਰੇ ਪਿਆ ਨਾ, ਚਲਾਓ ਉਹਦੇ ਘਰ ਜਾ ਕੇ ਦੱਸਿਆ ਵੀ ਚਲਾਉਣੀ ਕਿਵੇਂ ਜੀ। ਤੇ ਜਦੋਂ ਉਹ ਇੱਕ ਵਾਰੀ ਪ੍ਰਤਾਪ ਸਿੰਘ ਗਿਆਨੀ ਕਰਤਾਰ ਸਿੰਘ ਸੀ, ਉਹਨਾਂ ਕਹਿਤਾ ਵੀ ਸਰਕਾਰ ਟੁੱਟ ਗਈ ਹੈ ਜੀ। ਮੇਰੇ ਖਿਆਲ ਸਰਕਾਰ ਤੋਂ ਕੀ ਸੀ ਯਾਦ ਨਹੀਂ ਹੁਣ ਜੀ, ਇਹ ਸ਼ਾਇਦ ਲక్ష్మణ ਸਿੰਘ ਗਿੱਲ ਦੀ ਸੀ ਕਿ ਗੁਰਨਾਮ ਸਿੰਘ ਸੀ। ਉਹ ਕਹਿੰਦੇ ਜੀ ਸਰਕਾਰ ਟੁੱਟ ਗਈ ਆ, ਆਪਾਂ ਨੂੰ ਕੋਠੀ ਖਾਲੀ ਕਰਨੀ ਪੈਣੀ ਹੈ। ਤਾਂ ਆਪਣੇ ਸੇਵਾਦਾਰ ਨੂੰ ਕਹਿੰਦੇ ਬਾਹਰ ਮੇਰਾ ਇੱਕ ਕਸ਼ਹਿਰਾ ਜਿਹੜਾ ਉਹ ਨਾ ਪਰਨਾ ਸੁੱਕਣੇ ਪਾਈ, ਉਹ ਲੈ ਲਿਆ ਤੇ ਜਿਹੜਾ ਝੋਲਾ ਪਾਇਆ ਨਾ, ਦੋ ਮੇਰੇ ਸੂਟ ਪਾਏ ਪਾਲਾ ਚਲੀ ਬੋਤਲੀ ਆਪਾਂ। ਇਹ ਸੀ ਲੀਡਰੀ, ਕੱਖ ਨਹੀਂ ਚੁੱਕਿਆ ਉਸ ਵੇਲੇ, ਚੁੱਕੇ ਉੱਤੇ ਆਪਣੇ ਚਲੋ ਨਹੀਂ ਜੀ ਆਪਾਂ ਉਹ ਨਹੀਂ ਜੀ ਤੁਹਾਨੂੰ ਜੇ 2 ਦਿਨ ਹੁੰਦਾ ਨਾ ਜੇ ਸਰਕਾਰ ਟੁੱਟ ਗਈ ਸਾਨੂੰ ਅਧਿਕਾਰ ਹੀ ਰਹਿੰਦਾ ਇੱਥੇ ਕੋਈ। ਇਹ ਲੋਕ ਭੁੱਖ ਦੇ ਫੁੱਫੜ, ਪੰਜਾਬੀ ਚ ਮੈਂ ਕਹਾਂ ਇਹਨਾਂ ਨੂੰ ਕਿ ਭਾਈ ਤੁਸੀਂ ਕਿਹੜੀ ਬਹਾਦਰੀ ਕਰ ਰਹੇ ਚੁੱਕੋਗੇ ਸਮਾਨ ਇੱਥੋਂ? ਪੋਸੀਬਿਲਿਟੀ ਪਹਿਲਾਂ ਚੁੱਕਦੇ ਹੋਣਗੇ, ਨਹੀਂ ਪੁੱਛਿਆ ਕਿਸੇ ਨੇ। ਐਤਕੀ ਭਗਵੰਤ ਮਾਨ ਨੇ ਪੁੱਛ ਲਿਆ ਸਮਾਨ ਕਿੱਥੇ, ਦੱਸੋ ਜੀ ਬਈ, ਖੜਦੇ ਪਹਿਲੇ ਨਾ ਹੋਣਗੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਲੇਕਿਨ ਇਹਨਾਂ ਦੇ ਖਿਲਾਫ ਮੈਂ ਫਿਰ ਕਹਾਂ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਸੀ। ਜਿਹੜੀ ਇੱਕ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਸੀ, ਕਾਂਗਰਸ ਜਿਹੜੀ ਬਾਕੀ ਸੂਬੇ ਨੇ ਕਿਹਨੂੰ ਖਰੀਦਣਗੇ। ਇੱਕ GI ਟੈਗ ਹੈ ਵੀਰ ਜੀ, GI ਟੈਗ ਜੀ। GI ਟੈਗ ਕੀ ਹੈ? ਜਿਓਗ੍ਰਾਫੀਕਲ ਇੰਡੀਕੇਟਰ ਕਹਿੰਦੇ ਉਸੇ। ਅੱਜ ਦੀ ਡੇਟ ਦੇ ਵਿੱਚ ਵੀ ਸਾਡੀ ਪੰਜਾਬ ਦੀ ਬਾਸਮਤੀ ਜਿਹੜੀ ਆ ਦਰਿਆਵਾਂ ਦੇ ਕੰਢੇ ਤੇ ਹੁੰਦੀ ਆ, ਉਹਦੀ ਜ਼ਿਆਦੀ ਵੈਲਿਊ। GI ਟੈਗ ਦੇ ਵਿੱਚ ਸਾਡਾ ਉੱਤਰ ਪ੍ਰਦੇਸ਼ ਆਉਂਦਾ ਵਾ, ਪੰਜਾਬ ਆਉਂਦਾ ਵਾ, ਹਰਿਆਣਾ ਆਉਂਦਾ ਵਾ, ਜੰਮੂ ਕਸ਼ਮੀਰ ਆਉਂਦਾ। ਇਹ G ਟੈਗ ਕਿਉਂ ਆਉਂਦੇ ਨੇ? ਜਾਂ ਪਰ ਪੱਛਮੀ ਬੰਗਾਲ ਆਉਂਦਾ ਵਾ, ਮੱਧ ਪ੍ਰਦੇਸ਼ ਦੇ ਕਿਸੇ ਨੂੰ GI ਟੈਗ ਸ਼ਾਮਲ ਕਰੋ। ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਨੇ ਵਿਰੋਧ ਕੀਤਾ ਸੀ, ਕਹਿੰਦਾ ਕਿਵੇਂ ਹੋ ਸਕਦਾ? ਸਾਡੀ ਵਿਦੇਸ਼ਾਂ 'ਚ GI ਟੈਗ ਵਾਲੀ ਜਿਹੜੀ ਆ ਬਾਸਮਤੀ ਜਾਂ ਝੋਨਾ ਦੀ ਬਹੁਤ ਵੈਲਿਊ ਹੈ ਜੀ। ਇਸੇ ਤਰ੍ਹਾਂ ਇਸ ਖੇਤਰ ਜਿਹੜੀ ਕਣਕ ਹੋਈ ਹੈ ਨਾ, ਉਹ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਹੁੰਦੀ ਹੈ। ਇੱਥੇ ਜਿਹੜੀ ਆ ਉਹ ਕਣਕ ਜਿਹੜੀ ਆ ਉਹਨਾਂ ਨੂੰ ਵਧੀਆ ਹੁੰਦੀ ਹੈ, ਇਸ ਕਰਕੇ ਉੱਥੋਂ ਖਰੀਦੀ ਜਾਂਦੀ। ਹੋਰ ਕੋਈ ਗੱਲ ਨਹੀਂ ਹੈਗੀ ਜੀ। ਜਿਹੜੀ ਬਾਹਰੋਂ ਲੈ ਕੇ ਵੇਚੀ ਜਾਂਦੀ ਆ ਉਹ ਕਣਕ ਇੰਨੀ ਪਾਵਰਫੁਲ ਨਹੀਂ ਹੁੰਦੀ, ਉਹ ਸਸਤੀ ਵਿਕਦੀ ਆ ਕੇ, ਇਹ ਨਹੀਂ ਗੱਲ ਪੂਰੇ ਮੁੱਲ ਤੇ ਵਿਕਦੀ ਹੈ। ਲੇਕਿਨ ਇਹ MSP ਤੇ ਵੇਚ ਜਾਂਦੇ ਜਿਹੜੇ ਲੀਡਰ ਹੁੰਦੇ ਆ ਕਿ MSP ਦੇ ਵੇਚ ਜਿੱਦਾਂ ਵੀ ਸਰਕਾਰ ਨੇ ਖਰੀਦੀ, ਫਿਰ ਕੀ ਹੋਇਆ? ਉਹਦੇ ਵਿੱਚ ਕੀ ਹੁੰਦਾ, ਜਿਹੜੇ ਇੰਸਪੈਕਟਰਾਂ ਦੇ ਸਰਕਾਰੀ ਮੁਲਾਜ਼ਮਾਂ ਦੇ ਗਲ ਪੈਂਦੀ ਆ, ਉਹਨਾਂ ਨੂੰ ਫਿਰ ਜਦੋਂ ਵੇਚਣੀ ਹੁੰਦੀ ਹੈ ਦੇਣੀ ਹੁੰਦੀ ਕਿ ਇਹਨੂੰ ਪਾਣੀ ਪਾ ਕੇ ਵੇਚਣੀ ਪੈਂਦੀ, ਪੂਰੀ ਨਹੀਂ ਹੁੰਦੀ। ਉਹਨਾਂ ਨੂੰ ਲੱਖਾਂ ਦਾ ਉਹਨਾਂ ਨੂੰ ਗਮ ਪਾਉਂਦੇ, ਗਮ ਕਰਤਾ ਜੀ ਇਹਨਾਂ ਨੇ, ਗਮ ਕਰਦੇ ਨਹੀਂ ਉਹ, ਉਹਨਾਂ ਦੀ ਮਜਬੂਰੀ ਹੁੰਦੀ। ਮਜਬੂਰੀ ਨੂੰ ਪਾਣੀ ਪਾ ਕੇ ਵੇਚਦੇ ਲੋ ਜੀ, ਥੋੜੀ ਭਾਰੀ ਹੋ ਜਾਏ ਸਾਨੂੰ ਜਿਹੜੇ ਆਪਣੇ ਕੋਲ ਪੈਸੇ ਨਾ ਪਾਉਣੇ ਪੈਣ। ਇਸ ਕਰਕੇ ਉਹ ਕਣਕ ਇੰਨੀ ਵਧੀਆ ਨਹੀਂ ਹੁੰਦੀ ਜਿੰਨੀ ਕਣਕ ਸਾਡੀ ਹੁੰਦੀ ਹੈ GI ਟੈਗ ਵਾਲੀ, ਜਿਸ ਕਰਕੇ ਕਣਕ ਸਾਡੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਜੀ। ਲੰਦੇ ਨੈਕਸਟ ਕਾਲ ਆਨ ਦੀ ਏਅਰ ਸਪੀਕਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ। ਪੱਟੀ ਸਾਹਿਬ ਜੀ, ਪੱਟੀ ਸਾਹਿਬ ਕੋਈ ਗੁਰੂ ਬਾਜੀ ਜੀ, ਪੱਟੀ ਸਾਹਿਬ ਜੀ। ਪੱਟੀ ਸਾਹਿਬ ਜੀ। ਹਾਂਜੀ,
ਪਰ ਸਾਹਿਬ ਜਿਹੜਾ ਤੁਸੀਂ ਮਨਪ੍ਰੀਤ ਬਾਦਲ ਦੀ ਗੱਲ ਕੀਤੀ ਜੀ, ਉਹ 2 ਵਾਰੀ ਮਿਨਿਸਟਰ ਹੈ। ਵੈਸੇ ਤਾਂ ਇਹਨਾਂ ਦੀ ਜੌਬ ਹੁੰਦੀ ਹੈ ਫਾਈਨੈਂਸ ਮਿਨਿਸਟਰ ਦੀ ਵੀ, ਇਹ ਕੋਈ ਇੱਦਾਂ ਜਨਰੇਟ ਕਰਨ, ਰੈਵਨਿਊ ਜਨਰੇਟ ਕਰਨ, ਕੋਈ ਇੱਦਾਂ ਦੀ ਪਲੈਨਿੰਗ ਕਰਨਾ। ਮਤਲਬ ਇਹਦਾ ਜਦੋਂ ਵੀ ਇਹ ਮੰਤਰੀ ਬਣਦਾ, ਬੈਂਕ ਮੰਤਰੀ ਨੂੰ ਪਤਾ ਨਹੀਂ ਕਿਉਂ ਬਣਾਉਂਦੇ, ਬਸ ਬਾਟਾ ਹੀ ਖਿਲਾਰਦਾ ਰਹਿੰਦਾ। ਇਹਨਾਂ ਨੂੰ ਮੰਗਤੇ ਬਣੇ ਰਹਿੰਦੇ ਵੀ ਸੈਂਟਰ ਤੋਂ ਕੁਛ ਆਵੇ ਤੇ ਖਾਈਏ ਪੀਏ ਉਹਦੇ ਵਿੱਚੋਂ। ਕੀ ਇਹਨਾਂ ਦੀ ਇਹੀ ਹੁੰਦਾ ਵੀ ਸੈਂਟਰ ਤੋਂ ਮੰਗੀ ਜਾਣ, ਜਾਂ ਕੋਈ ਆਪ ਵੀ ਪਲਾਨ ਕਰਨ ਜਿੱਥੋਂ ਸਟੇਟ ਨੂੰ ਕੋਈ ਹੋਰ ਪੈਸੇ ਯਾਰ ਇਕੱਠੇ ਹੋਣ, ਕਿ ਇੱਦਾਂ ਹੀ ਬਸ ਮੰਗਤਿਆਂ ਕੋਈ ਕਰਦੇ ਰਿਹਾ? ਖਾਸ ਕਰਕੇ ਬਾਦਲ ਧੜਾ ਦੇ ਬਸ ਇਹਨਾਂ ਦਾ ਕੰਮ ਹੀ ਇਹ ਰਿਹਾ ਵੀ ਮੰਗਤੇ ਹੀ ਬਣੇ ਰਿਹਾ ਸਾਰੀ ਵੀਰ ਜੀ, ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਨੇ ਬਿਆਨ ਦਿੱਤਾ ਸੀਗਾ, ਉਹਨੂੰ ਪੁੱਛਿਆ ਸੀ ਸਵਾਲ ਇੱਕ। ਅੱਛਾ। ਉਹਨਾਂ ਨੇ ਕਿਹਾ ਸੀ ਬਾਦਲ ਜਦੋਂ ਪਿਓ ਪੁੱਤ ਆਉਂਦੇ ਆ, ਇਹ ਆਪਣੇ ਘਰੇਲੂ ਕੰਮ ਕਰਕੇ ਲੈ ਕੇ ਆਉਂਦੇ ਆ, ਆਪਣਾ ਪੰਜਾਬ ਦਾ ਕੋਈ ਕੰਮ ਨਹੀਂ ਲੈ ਕੇ ਆਉਂਦੇ। ਮੈਂ ਪੰਜਾਬ ਨੂੰ ਜੋ ਕੁਝ ਦੇ ਰਿਹਾ ਬਤੌਰ ਪ੍ਰਧਾਨ ਮੰਤਰੀ, ਪੰਜਾਬ ਪੁੱਤਰ ਹੋ ਕੇ ਦੇ ਰਿਹਾ ਪੰਜਾਬ। ਇਹ ਨਹੀਂ ਕਦੀ ਮੰਗਣ ਕੀ, ਇਹਨਾਂ ਪੰਜਾਬ ਦਾ ਕੋਈ ਗੱਲ ਨਹੀਂ ਕੀਤੀ ਹੈ। ਇਹ ਗੱਲ ਸੱਚੀ ਹੈ ਝੂਠੀ ਸਾਨੂੰ ਨਹੀਂ ਪਤਾ ਇਸ ਗੱਲ ਦਾ। ਇਹ ਡਾਕਟਰ ਮਨਮੋਹਨ ਸਿੰਘ ਦੇ ਸ਼ਬਦ। ਕੀ ਹੁੰਦਾ ਸੀਗਾ, ਇਹ ਕੀ ਕਰਦੇ ਸੀ ਕਿ ਬਕਾਇਦਾ ਤੌਰ ਤੇ ਆਪਣੇ ਸਿਪਾਹ ਮੱਕਰ ਨੂੰ ਕਹਿੰਦੇ ਬਿਆਨ ਦੇ ਕੇ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਕਿ ਇਹ ਉਸ ਪਾਰਟੀ ਦਾ ਪ੍ਰਧਾਨ ਮੰਤਰੀ ਬਣਿਆ ਜਿਹੜੀ ਪਾਰਟੀ ਨੇ ਅਕਾਲ ਤਖਤ ਨੂੰ ਢਾਇਆ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇਹਨੂੰ ਅਸੀਂ ਅਕਾਲ ਤਖਤ ਤੇ ਤਲਬ ਕਰਾਂਗੇ। ਤੇ ਫਿਰ ਡਾਕਟਰ ਸਾਹਿਬ ਸ਼ਰੀਫ ਬੰਦੇ ਸੀ, ਉਹ ਬਾਦਲ ਸਾਹਿਬ ਨੂੰ ਕਹੋਗੇ ਬਾਦਲ ਸਾਹਿਬ ਤੁਹਾਡਾ ਪ੍ਰਧਾਨ ਕੀ ਕਹੀ ਜਾਂਦਾ, ਉਹ ਕੋਈ ਨਹੀਂ ਸਮਝਾ ਜਾਣਗੇ ਜੀ, ਤੁਹਾਡੇ ਕੋਲ 2 ਫਾਈਲਾਂ ਸਾਡੀਆਂ ਪਈਆਂ ਉਹ ਕੱਢ ਦਿੱਤੀ। ਉਹਨਾਂ ਦੀ ਜਿਹੜੀ ਸੀ ਫਿਰਤ ਇੰਨੀ ਕੀ ਫਿਰਤ, ਇਸ ਕਰਕੇ ਉਹਨਾਂ ਨਾ ਕਦੀ ਪੰਜਾਬ ਵਾਸਤੇ ਮੰਗਿਆ ਕੁਛ। ਮੈਂ ਤੁਹਾਨੂੰ ਅੱਗੇ ਵੀਰ ਜੀ ਕਹੀ ਸੀ ਗੱਲ, ਮੈਂ ਤੁਹਾਨੂੰ ਦੁਬਾਰਾ ਦੁਹਰਾ ਦਿਆਂ, ਜਿਹੜੀ 7ਵੀਂ SIL ਦਾ ਲਿੰਕ ਦਾ ਨਹਿਰ ਦਾ ਮਾਮਲਾ ਸੀ ਨਾ, ਉਹ ਬਕਾਇਦਾ ਤੌਰ ਤੇ ਦਿਸਾਈ ਸਰਕਾਰ ਨੇ ਨਿਬੇੜ ਦਿੱਤਾ ਸੀਗਾ। ਲੇਕਿਨ ਇਹ ਦੋਵੇਂ ਪਗਵਟ ਭਰਾ ਬਣੇ ਸੀ, ਦੇਵੀ ਲਾਲ ਮੁੱਖ ਮੰਤਰੀ ਰਹਿਣੇ ਦਾ ਸੀ ਤੇ ਪੰਜਾਬ ਦੇ ਸੀ। ਉਹਨਾਂ ਕਿਹਾ ਜੀ ਚਲੋ ਠੀਕ, ਜਾਓ ਘਰ ਨੂੰ। ਤੇ ਸ਼ਾਇਦ ਬਾਦਲ ਸਾਹਿਬ ਉਦੋਂ ਲਿਖਵਾ ਦਿੰਦੇ ਉਦੋਂ ਦਿਸਾਈ ਕੋਲੋਂ, ਤੇ ਸਾਨੂੰ ਆਹ ਜੋ ਝਮੇਲੇ ਕਰਨੇ ਤੇ ਇਹ ਨਾ ਕਰਨੇ ਚਾਹੀਦੇ, ਪੰਜਾਬ ਦੇ ਹਾਲਾਤ ਖਰਾਬ ਨਾ ਹੁੰਦੇ। ਲਿਖਵਾਇਆ ਇਸ ਕਰਕੇ ਨਹੀਂ ਸੀ ਕਿ ਜੇ ਇਹ ਮੁੱਦਾ ਖਤਮ ਹੋ ਗਿਆ ਤੇ ਫਿਰ ਅਸੀਂ ਚੋਣ ਜਿਹਦੇ ਸਿਰ ਤੇ ਲੜਨੀ ਆ। ਇਹ ਮੁੱਦਾ ਰੱਖਿਆ ਗਿਆ ਸੀ ਸਿਆਸੀ ਤੌਰ ਤੇ, ਜਿਹੜਾ ਅੱਜ ਵੀ ਸਾਨੂੰ ਭੁਗਤਣਾ ਪੈ ਰਿਹਾ ਵਾ। SIL ਦੀ ਗੱਲ ਆ, ਚੰਡੀਗੜ੍ਹ ਦੀ ਗੱਲ ਆ, ਪੰਜਾਬੀ ਬੋਲ ਦੀ ਗੱਲ ਆ, ਜਿਹੜੀ ਜਾਖੜ ਸਾਹਿਬ ਨੇ ਗੱਲ ਕਹੀ ਬਿਲਕੁਲ ਦੁਰਸਤ ਕਹੀ ਹੈ ਜੀ। ਮੁਰਦੇ ਉਖਾੜੇ ਜਾ ਰਹੇ ਨੇ, ਇਹ ਮੁਰਦੇ ਨੇ ਜੀ 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 ਜੀ। ਇੱਕ ਹਰਿਆਣੇ ਦਾ MP ਹੈ ਜੀ, ਸ਼ਾਇਦ ਉਹ ਸੁਸ਼ੀਲ ਨਾਥੀ ਦਾ, ਉਹਨੇ ਵਧੀਆ ਗੱਲ ਕਹੀ ਹੈ ਜੀ। ਉਹ ਕਹਿੰਦਾ ਕਿਉਂ ਲੜਦੇ ਹੋ, 20,000 ਕਰੋੜ ਰੁਪਇਆ ਪੰਜਾਬ ਨੂੰ ਦੇ ਦਿਓ ਤੇ 20,000 ਕਰੋੜ ਰੁਪਇਆ ਲੜ ਦਿਓ ਤੇ ਆਪਾਂ ਆਪਣੀ ਜਾਨ ਨਾਲ ਨਹੀਂ ਬੱਲਾ ਤੁਝਾ ਰਹਿੰਦੇ ਜਿੰਨੀ ਟਰੈਕਟਰ ਚੰਡੀਗੜ੍ਹ ਨੂੰ ਪੁੱਛਦਾ। ਲੇਕਿਨ ਅਸੀਂ ਇਹ ਕਹਿੰਦੇ ਵੀ ਨਹੀਂ, ਇਹ ਸਾਡੇ 20 ਤੋਂ ਲੈ ਕੇ 28 ਪਿੰਡ ਉਜਾੜ ਕੇ ਬਣਾਏਗੀ ਪੰਜਾਬ ਦੇ, ਤੇ ਪੰਜਾਬ ਦੇ ਹੱਕ ਵੰਡਾ ਪੰਜਾਬ ਨੂੰ ਦਿੱਤੀ ਜਾਵੇ। ਇਸ ਕਰਕੇ ਬਾਦਲ ਸਾਹਿਬ ਬੜਾ ਕਦੀ ਵੀ ਜਾ ਕੇ ਡਾਕਟਰ ਮਨਮੋਹਨ ਸਿੰਘ ਜਵਾਨੀ ਮੈਂ ਤੁਹਾਨੂੰ ਕਹਿ ਰਿਹਾ, ਕਹਿੰਦਾ ਜੀ ਨੇ ਕਦੀ ਵੀ ਆ ਕੇ ਮੰਗਦੇ ਸੀ ਆਪਣੀ ਨਿੱਜੀ ਫਾਈਲਾਂ ਲੈ ਕੇ, ਉਹਨੇ ਨਿੱਜੀ ਕੰਮ ਕਰਾ ਕੇ ਜਾਂਦੇ ਜੀ। ਪੜੀ ਸਾਹਿਬ ਲਾਸਟ ਕਾਲ ਫਿਰ ਵਾਈਂਡ ਅਪ ਕਰਦੇ ਗੱਲਬਾਤ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀ ਪੱਟੀ ਸਾਹਿਬ ਨੂੰ, ਅੱਜ ਜਿਹੜਾ ਮਜੀਠੀਆ ਬਦਮਾਸ਼ ਉਹਦੇ ਕੇਸ ਦਾ ਕੀ ਬਣਿਆ? ਥੈਂਕ ਯੂ। ਦੇਖੋ ਜੀ, ਜਿਹੜੀ ਉਹਨੇ ਮੰਗ ਰੱਖੀ ਸੀ ਸੁਪਰੀਮ ਕੋਰਟ ਦੇ ਕੋਲ ਵੀ ਮੇਰੇ ਤੇ ਗਲਤ ਕੇਸ ਦਰਜ ਕੀਤਾ ਗਿਆ, ਇਹਨੂੰ ਰੱਦ ਕੀਤਾ ਜਾਵੇ, ਉਹਦੀ ਐਪਲੀਕੇਸ਼ਨ ਸੁਪਰੀਮ ਕੋਰਟ ਨੇ ਰੱਦ ਕਰਤੀ ਹੈ। ਤੇ ਨਾਲ ਅਗਲੀ 11 ਤਰੀਕ ਪਾਤੀ ਅਪ੍ਰੈਲ ਦੀ ਜੀ, 11 ਨੂੰ ਕੀ ਕਹਿੰਦੇ ਕੀ ਨਹੀਂ, ਲੇਕਿਨ ਉਹਦੀ ਉਹ ਮੰਗ ਜੀ ਉਹਨਾਂ ਖਤਮ ਕਰਤੀ। ਭਾਈ ਇਹ ਰੱਦ ਨਹੀਂ ਹੋਣਾ, ਇਹਦੇ ਤੈਨੂੰ ਭੁਗਤਣਾ ਪੈਣਾ। ਮਜੀਠੀ ਦੀਆਂ ਜਿਹੜੀਆਂ ਉਹ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਦਿਨ ਪ੍ਰਤੀ ਦਿਨ। ਜਿਹੜੀ ਨਵੀਂ ਬਣੀ ਆ ਸਿੱਟ ਬਣੀ ਆ, ਕੱਲ ਮੈਨੂੰ ਦੇ ਜਿਹੜੇ ਹੈਗੇ IG ਨਾਲ ਗੱਲ ਹੋਈ ਸੀ, ਪਰ ਬਹੁਤੀ ਨੇ ਗੱਲ ਨਹੀਂ ਕਰ ਸਕਿਆ ਵੀ ਉਹ ਫੋਨ ਤੇ ਗੱਲ ਕਰਨ ਲਈ ਤਿਆਰ ਨਹੀਂ ਹੈਗੇ, ਲੇਕਿਨ ਉਹ ਕਾਫੀ ਕੁਛ ਕਰ ਰਹੇ ਨੇ ਉੱਤੇ। ਲੇਕਿਨ ਫਿਰ ਵੀ ਮੈਂ ਕਹੂੰਗਾ ਇੰਨੀ ਗੱਲ ਕਿ ਭਾਵੇਂ ਉਹ ਸੱਚਾ ਤੇ ਭਾਵੇਂ ਝੂਠਾ, ਇਨਸਾਫ ਹੋਣਾ ਚਾਹੀਦਾ। ਜੇ ਉਹ ਸੱਚਾ ਤਾਂ ਉਹਦੇ ਖਿਲਾਫ ਕੋਈ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ, ਝੂਠਾ ਤੇ ਫਿਰ ਜੋ ਕਾਨੂੰਨ ਕਹਿੰਦਾ ਉਹ ਕਾਰਵਾਈ ਬਣਦੀ ਕੀਤੀ ਜਾਣੀ ਚਾਹੀਦੀ ਹੈ ਜੀ। ਪੜੀ ਸਾਹਿਬ ਮਿੰਟ ਸਾਡੇ ਕੋਲ ਸਿਰਫ ਇੱਕ ਹੈ ਤੇ ਗੱਲਬਾਤ ਕਰੀ ਕਾਂਗਰਸ ਦੀ। ਕਾਂਗਰਸ ਪਾਰਟੀ ਵੱਲੋਂ ਕਹਿ ਲਓ ਕਿ ਇੱਕ ਨਵਾਂ ਕਪਤਾਨ ਵੀ ਐਲਾਨ ਕੀਤਾ ਜਾ ਰਿਹਾ ਇਸ ਹਫ਼ਤੇ। ਦੇਖੋ, ਨਵਜੋਤ ਸਿੰਘ ਸਿੱਧੂ ਨਵੇਂ ਕਪਤਾਨ ਬਣਨ ਵਾਸਤੇ ਜਿਹੜੀਆਂ ਹਰ ਪ੍ਰਕਾਰ ਦੇ ਯਤਨ ਕਰ ਰਹੇ ਨੇ ਜੀ।
ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਜਿਹੜਾ ਕੰਮ ਹੁਣ ਕਰਦੇ, ਜੇ ਕਿਤੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਰਦੇ ਤੇ ਸ਼ਾਇਦ ਇਹਦੇ ਰਿਜ਼ਲਟ ਕੁਝ ਹੋਰ ਹੁੰਦੇ। ਜੀ ਅੱਜ ਤੁਸੀਂ ਹਰ ਸ਼ਹਿਰ ਜਾ ਕੇ ਲੀਡਰ ਨਾਲ ਮੀਟਿੰਗਾਂ ਕਰ ਰਹੇ ਤੇ ਮੈਨੂੰ ਪ੍ਰਧਾਨਗੀ ਫਿਰ ਦੇ ਦਿਓ। ਸਿੱਧੂ ਸਾਹਿਬ ਤੁਹਾਨੂੰ ਪ੍ਰਧਾਨਗੀ ਮਿਲਣੀ ਬੜੀ ਮੁਸ਼ਕਲ ਹੈ। ਭਾਵੇਂ ਤੁਹਾਨੂੰ ਹਾਮੀ ਭਰੀ ਹੈ ਕੇਂਦਰ ਨੇ ਵੀ ਤੁਸੀਂ ਇੱਥੋਂ ਦੇ ਲੀਡਰ ਨੂੰ ਸੰਤੁਸ਼ਟ ਕਰ ਲਓ, ਤੁਹਾਨੂੰ ਪ੍ਰਧਾਨਗੀ ਦੇ ਦੇਂਗੇ, ਲੇਕਿਨ ਸੁੱਖੀ ਰੰਧਾਵਾ ਲੈ ਲਓ, ਪ੍ਰਤਾਪ ਬਾਜਵਾ ਲੈ ਲਓ, ਇਹਦੇ ਵਿੱਚ ਰਾਜਾ ਵੜਿੰਗ ਲੈ ਲਓ, ਸਿੱਧੂ ਆਪ ਲੈ ਲਓ, ਪ੍ਰਗਟ ਸਿੰਘ ਇਹੋ ਜਿਹਾ ਬੰਦਾ ਦੋਈਆਂ ਕੈਪੀਟਲ ਐਲੂ ਵੀ ਬਣਾਏ ਤਾਂ ਵੀ ਠੀਕ ਹੈ, ਤੇ ਜੇ ਪ੍ਰਧਾਨ ਹੋ ਤਾਂ ਵੀ ਠੀਕ ਹੈ। ਇਹ ਸਾਰੇ ਲੋਕ ਲੱਗੇ ਨੇ ਕਿ ਸਾਨੂੰ ਮਿਲਣੀ ਚਾਹੀਦੀ ਪ੍ਰਧਾਨਗੀ, ਲੇਕਿਨ ਸਿੱਧੂ ਸਾਹਿਬ ਤੇ ਇੱਕ ਨਾਲ ਰੱਖਿਆ ਵੀ ਜੇ ਪ੍ਰਧਾਨਗੀ ਲੈਣੀ ਹੈ ਤੇ ਸੰਗਰੂਰ ਦੀ ਚੋਣ ਲੜਨੀ ਪਊਗੀ। ਸੰਗਰੂਰ ਦੀ ਲੋਕ ਸਭਾ ਜਾ ਕੇ ਤੁਹਾਨੂੰ ਚੋਣ ਲੜਨੀ ਪਊ। ਸੁਣ ਲਓ ਕੀ ਕਰਦੇ ਤੁਸੀਂ, ਵੇਖੋ ਹੁਣ ਸਿੱਧੂ ਸਾਹਿਬ ਕੀ ਕਰਦੇ ਆ। ਜੇ ਉਹ ਹਾਮੀ ਭਰਦੇ ਤੇ ਸ਼ਾਇਦ ਉਹਨਾਂ ਤੇ ਫਿਰ ਜਿਹੜਾ ਕਲਗਾ ਲੱਗ ਜਾਵੇ ਪ੍ਰਧਾਨਗੀ ਦਾ, ਤੇ ਜੇ ਪ੍ਰਧਾਨਗੀ ਮਿਲ ਗਈ ਤੇ ਹੁਣ ਸਿੱਧੂ ਸਾਹਿਬ ਜੇ ਚੱਲਣਗੇ ਤੇ ਤਰੀਕੇ ਨਾਲ ਚੱਲਣਗੇ। ਹੁਣ ਘਰ ਘਰ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜੀ। ਭੱਟੀ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਮੌਕੇ ਦੇ ਵਿੱਚ ਤੁਹਾਨੂੰ ਜਦੋਂ ਕਿ ਬਾਜਾ ਲੱਗਦਾ ਤਾਂ ਤੁਸੀਂ ਟਾਈਮ ਖਤਮ ਕਰ ਦਿੰਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਗੱਲਾਂ ਬਾਤਾਂ ਕਰਾਂਗੇ, ਟਾਈਮ ਹੋਣਾ ਹੀ ਹੈ ਸਾਡੇ ਵਾਸਤੇ ਅੱਜ। ਥੈਂਕ ਯੂ ਸੋ ਮਚ ਭੱਟੀ ਸਾਹਿਬ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।